Today we are going to start second chapter, that is the structure of atom. As we know, in earlier time Maharishi Kannad, he gave his idea on atom. Indian philosopher ਸੀ ਜਿਹੜੇ ਆਪਣੇ ਕੋਲ ਮਹਾਰਿਸ਼ੀ ਕੰਨੜ, ਉਹਨਾਂ ਨੇ ਐਟਮਸ ਬਾਰੇ ਕੀ ਕਿਹਾ ਸੀ? ਐਟਮ ਇਜ਼ ਦ ਸਮੋਲੈਸਟ ਪਾਰਟੀਕਲ ਵਿਚ ਇਜ਼ ਇਨਡਿਵਿਜ਼ੀਬਲ। ਦੈਟ ਮੀਨਸ ਜਿਹੜਾ ਐਟਮ ਹੈ ਛੋਟੇ ਛੋਟੇ ਪਾਰਟੀਕਲਸ ਤੋਂ ਬਣਿਆ ਹੁੰਦਾ ਹੈ ਵਿਚ ਕੈਨ ਨਾਟ ਬੀ ਡਿਵਾਈਡ ਫਰਦਰ। But after that, Johann Dalton was the first scientist who done experimental verification on atom। ਜਿਹੜੇ ਆਪਣੇ ਕੋਲ ਮਹਾਰਿਸ਼ੀ ਕੰਨੜ ਸੀ ਉਹਨਾਂ ਨੇ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਇਹ ਵਾਲੀ ਸਟੇਟਮੈਂਟ ਦਿੱਤੀ ਸੀ। But Johann Dalton was the first scientist who gave his experimental verification on atoms and said that atom is the smallest particle which cannot be divided into more parts. But he cannot be explained that subatomic particles of the atoms. So Dalton's theory ਜਿਹੜੀ ਆਪਾਂ ਪੜ੍ਹੀ ਆ ਉਹ ਵੀ ਕੀ ਹੋਗੀ? fail, because he cannot explain that subatomic particle of atoms. As we know, atom which is made up of some atomic particle, that is electron, proton and neutrons. ਜਿਹੜੇ ਇਲੈਕਟ੍ਰੋਨਸ ਨੇ ਇੱਦਾਂ ਦੀ ਡਿਸਕਵਰੀ ਕਿਹਨੇ ਕੀਤੀ ਸੀ? ਜੇ ਥੋਮਸਨ। ਐਂਡ ਪ੍ਰੋਟੋਨ ਗਿਵ ਰਦਰਫੋਰਡ, ਆਲਸੋ ਨੋਨ ਐਜ਼ ਗੋਲਡਸਟਿਨ ਵਾਜ਼ ਦਾ ਸਾਇੰਟਿਸਟ। ਐਂਡ ਨਿਊਟਰੋਨ ਜੇਮਸ ਚੈਡਵਿਕ। ਹੁਣ ਐਨਦਰ ਸਾਇੰਟਿਸਟ ਦੈਟ ਫੈਰਾਡੇ, ਉਹਨਾਂ ਨੇ ਕੀ ਦੱਸਿਆ ਸੀ? ਗੇਵ ਦਾ ਆਈਡੀਆ ਆਫ ਇਲੈਕਟ੍ਰਿਕ ਚਾਰਜ ਆਫ ਮੈਟਰ ਵਿਚ ਇਜ਼ ਨੋਨ ਐਜ਼ ਇਲੈਕਟ੍ਰਿਕ ਚਾਰਜ। ਹੁਣ ਜਿੱਦਾਂ ਆਪਣੇ ਕੋਲ ਕਰਿਆ ਹੋਇਆ ਆਪਾਂ ਐਕਸਪੈਰੀਮੈਂਟ ਜਿੱਦਾਂ ਕਰਦੇ ਸੀ, ਕੋਈ ਵੀ ਆਪਣੇ ਕੋਲ ਸਕੇਲ ਸੀ, ਅਗਰ ਉਹਨੂੰ ਆਪਾਂ ਹੇਅਰਸ ਦੇ ਨਾਲ ਰੱਬ ਕਰਦੇ ਸੀ ਤਾਂ ਉਹ ਅਟਰੈਕਟ ਕਰਦਾ ਸੀ ਛੋਟੇ ਛੋਟੇ ਪੀਸਿਸ ਨੂੰ। ਕਿਉਂ ਅਟਰੈਕਟ ਕਰਦਾ ਸੀ ਛੋਟੇ ਛੋਟੇ ਪੀਸਿਸ ਨੂੰ? ਬਿਕੋਜ਼ ਆਫ ਜਿਹੜਾ ਆਪਣੇ ਕੋਲ ਸਕੇਲ ਸੀ ਵਿਚ ਗੈਟ ਚਾਰਜਡ ਠੀਕ ਹੈ। ਸੈਕਿੰਡ ਜਿਹੜਾ ਆਪਣੇ ਕੋਲ ਆਈਡੀਆ ਸੀ ਫੈਰਾਡੇ ਦਾ, ਦੈਟ ਇਜ਼ ਇਲੈਕਟ੍ਰੋਲਾਈਸਿਸ। ਅਗਰ ਆਪਾਂ ਕਿਸੇ ਵੀ ਸਾਲਟ ਨੂੰ ਵਾਟਰ ਦੇ ਵਿੱਚ ਡਿਜ਼ੋਲਵ ਕਰਦੇ ਹਾਂ ਤਾਂ ਉਹ ਆਪਣੇ ਰਿਸਪੈਕਟਿਵ ਆਇਨਸ ਦੇ ਵਿੱਚ ਡਿਸੋਸ਼ੀਏਟ ਹੋ ਜਾਂਦਾ ਹੈ। ਦਿਸ ਪ੍ਰੋਸੈਸ ਇਜ਼ ਨੋਨ ਐਜ਼ ਇਲੈਕਟ੍ਰੋਲਾਈਸਿਸ। ਫੋਰ ਐਗਜ਼ਾਮਪਲ ਸੋਡੀਅਮ ਕਲੋਰਾਈਡ ਹੈ। ਸੋਡੀਅਮ ਕਲੋਰਾਈਡ ਨੂੰ ਅਗਰ ਆਪਾਂ ਵਾਟਰ ਦੇ ਵਿੱਚ ਡਿਜ਼ੋਲਵ ਕਰਦੇ ਹਾਂ ਤਾਂ ਕਾਹਦੇ ਵਿੱਚ ਕਨਵਰਟ ਹੋ ਜਾਂਦਾ ਹੈ? Na ਪੋਜ਼ੀਟਿਵ ਪਲੱਸ Cl ਨੈਗੇਟਿਵ। ਦਿਸ ਪ੍ਰੋਸੈਸ ਇਜ਼ ਨੋਨ ਐਜ਼ ਇਲੈਕਟ੍ਰੋਲਾਈਸਿਸ। ਉਸ ਤੋਂ ਬਾਅਦ ਨੈਕਸਟ ਸਾਇੰਟਿਸਟ ਦੈਟ ਇਜ਼ ਸਟੋਨੀ, which gave origin of electron in terms of electricity। ਉਹਨਾਂ ਨੇ ਕੀ ਕਿਹਾ ਸੀ? electron in terms of electricity। that means ਜਿਹੜੀ electricity ਹੈ which is composed of discrete negative particle। ਉਸ ਟਾਈਮ 'ਤੇ ਨੈਗੇਟਿਵ ਪਾਰਟੀਕਲਸ ਨੂੰ ਕੋਈ ਨਾਮ ਨਹੀਂ ਦਿੱਤਾ ਸੀ, ਸਿਰਫ ਇਹੀ ਕਿਹਾ ਸੀ ਵੀ ਜਿਹੜੀ ਆਪਣੇ ਕੋਲ ਇਲੈਕਟ੍ਰੀਸਿਟੀ ਹੈ ਵਿਚ ਇਜ਼ ਕੰਪੋਜ਼ਡ ਆਫ ਨੈਗੇਟਿਵ ਪਾਰਟੀਕਲਸ ਜਾਂ ਨੈਗੇਟਿਵ ਚਾਰਜਡ ਪਾਰਟੀਕਲਸ। ਹੁਣ ਜਿਹੜੇ ਨੈਗੇਟਿਵ ਚਾਰਜਡ ਪਾਰਟੀਕਲਸ ਨੇ ਉਹਨਾਂ ਨੂੰ ਆਪਾਂ ਹੁਣ ਕੀ ਨਾਮ ਦੇ ਰਹੇ ਹਾਂ? ਇਲੈਕਟ੍ਰੋਨਸ। ਸੋ ਡਿਸਕਵਰੀ ਆਫ ਇਲੈਕਟ੍ਰੋਨ, ਇਹਦੇ ਅੰਡਰ ਟੋਪਿਕ ਹੈ ਆਪਣੇ ਕੋਲ ਜੇ ਥੋਮਸਨ ਵਾਜ਼ ਦਾ ਸਾਇੰਟਿਸਟ ਹੂ ਡਿਸਕਵਰਡ ਇਲੈਕਟ੍ਰੋਨ। ਉਹਨਾਂ ਨੇ ਕਿਹੜੇ ਐਕਸਪੈਰੀਮੈਂਟ ਦੇ ਥਰੂ ਇਹ ਵਾਲਾ ਡਿਸਕਵਰੀ ਕੀਤੀ ਸੀ? ਦੈਟ ਇਜ਼ ਕੈਥੋਡ ਰੇ ਐਕਸਪੈਰੀਮੈਂਟ। ਹੁਣ ਇਹਦੇ ਵਿੱਚ ਦੇਖੋ ਉਹਨੇ ਕੀ ਲਿਆ ਸੀ? ਇੱਕ ਡਿਸਚਾਰਜ ਟਿਊਬ ਲਈ, ਡਿਸਚਾਰਜ ਟਿਊਬ ਦੇ ਵਿੱਚ ਕੋਈ ਵੀ ਗੈਸ ਫਿਲ ਕਰ ਲਈ। ਕੋਈ ਵੀ ਗੈਸ ਫਿਲ ਕਰਨ ਦੇ ਨਾਲ ਉਸ ਤੋਂ ਬਾਅਦ ਦੋ ਇਲੈਕਟ੍ਰੋਡਸ ਲੈ ਕੇ ਉਹਨੂੰ ਜੁਆਇਨ ਕੀਤਾ ਬੈਟਰੀ ਦੇ ਨਾਲ। ਜਿਹੜੀ ਨੈਗੇਟਿਵ ਟਰਮੀਨਲ ਆਫ ਦਾ ਬੈਟਰੀ ਵਿਚ ਇਜ਼ ਨੋਨ ਐਜ਼ ਕੈਥੋਡ ਐਂਡ ਪੋਜ਼ੀਟਿਵ ਟਰਮੀਨਲ ਆਫ ਦਾ ਬੈਟਰੀ ਦੈਟ ਇਜ਼ ਐਨੋਡ। ਉਸ ਤੋਂ ਬਾਅਦ ਜਦੋਂ ਉਹਨੇ ਹਾਈ ਵੋਲਟੇਜ ਅਪਲਾਈ ਕਰਿਆ, ਦੇਖੋ ਐਟ ਨੋਰਮਲ ਪ੍ਰੈਸ਼ਰ ਐਟਮੋਸਫੈਰਿਕ ਪ੍ਰੈਸ਼ਰ ਲਿਆ, ਦੇਅਰ ਵਿਲ ਬੀ ਨੋ ਅਬਜ਼ਰਵੇਸ਼ਨ ਫਾਊਂਡ। ਉਸ ਤੋਂ ਬਾਅਦ ਕੀ ਕਰਿਆ? ਇੱਕ ਆਪਣੇ ਕੋਲ ਉਰੇ ਵੈਕਿਊਮ ਪੰਪ ਹੈ ਜਿਹੜਾ ਉਹ ਫਿੱਟ ਕੀਤਾ ਐਂਡ ਰਿਡਿਊਸਿਸ ਦਾ ਪ੍ਰੈਸ਼ਰ ਐਟ 10⁻⁻² ਐਟਮੋਸਫੀਅਰ ਐਂਡ ਫਾਊਂਡ ਦੈਟ ਗ੍ਰੇਨਿਸ਼ ਯੈਲੋ ਰੇਸ ਟਰੈਵਲ ਫਰੋਮ ਕੈਥੋਡ ਟੂ ਐਨੋਡ। ਜਦੋਂ ਉਹਨੇ ਪ੍ਰੈਸ਼ਰ ਡਿਕਰੀਜ਼ ਕਰਿਆ 10⁻⁻² ਤਾਂ ਫਾਊਂਡ ਦੈਟ ਕਿ ਸਮ ਰੇਡੀਏਸ਼ਨ which were travel from cathode to the anode and having color that is greenish yellow। ਹੁਣ ਜਿਹੜੀਆਂ ਇਹ ਵਾਲੀਆਂ ਰੇਡੀਏਸ਼ਨ ਸੀ, since it is produced from cathode, so given name cathode rays। ਉਸ ਤੋਂ ਬਾਅਦ ਫਿਰ ਉਹਨੇ ਐਕਸਪੈਰੀਮੈਂਟ ਕਰਿਆ which reduces the pressure up to 10⁻⁻⁴ atmosphere and found that the color of radiations डिसअपीयर्ड। ਜਿਹੜਾ ਆਪਣੇ ਕੋਲ ਗ੍ਰੀਨਿਸ਼ ਯੈਲੋ ਕਲਰ ਸੀਗਾ ਉਹ ਕੀ ਹੋ ਗਿਆ? ਡਿਸਅਪੀਅਰ ਹੋ ਗਿਆ ਕਲਰ। ਕਿਉਂ ਡਿਸਅਪੀਅਰ ਹੋ ਗਿਆ? ਕਿਉਂਕਿ ਆਪਣੇ ਕੋਲ ਜਦੋਂ ਐਟਮੋਸਫੀਅਰ ਘਟਾਈ ਉਹਦੇ ਵਿੱਚ ਕੰਸਨਟ੍ਰੇਸ਼ਨ ਆਫ ਦਾ ਗੈਸ ਕੀ ਹੋ ਗਿਆ? ਆਪਣੇ ਕੋਲ
डिक्रीज, दैट्स वाई जिहड़ा अपने कोल कलर सी डिसअपीयर्ड। ठीक है, सो दिस इज हाउ द इलैक्ट्रॉन डिस्कवर्ड। ਹੁਣ ਜਿਹੜਾ ਇਹ ਵਾਲਾ ਆਪਣੇ ਕੋਲ ਕੈਥੋਡ ਰੇਜ਼ ਸੀਗੀਆਂ, ਠੀਕ ਹੈ, ਕੈਥੋਡ ਤੋਂ ਪ੍ਰੋਡਿਊਸ ਹੋ ਰਹੀਆਂ ਸੀ, ਸੋ ਗਿਵਨ ਦਾ ਨੇਮ ਕੈਥੋਡ ਰੇਜ਼ ਐਂਡ ਜੇ ਥਾਮਸਨ, ਇਹਨੇ ਕੈਥੋਡ ਰੇਜ਼ ਨੂੰ ਕੀ ਨਾਮ ਦਿੱਤਾ ਸੀਗਾ, ਨੈਗਾਟ੍ਰੋਨ। ਨੈਗਾਟ੍ਰੋਨ ਤੋਂ ਬਾਅਦ ਇਹਦਾ ਨਾਮ ਚੇਂਜ ਹੋ ਕੇ ਕੀ ਰੱਖਤਾ, ਇਲੈਕਟ੍ਰੋਨਸ। ਨੈਗਾਟ੍ਰੋਨ ਕਿਉਂ ਦਿੱਤਾ ਸੀ, ਬਿਕੋਜ਼ ਇਟ ਪ੍ਰੋਡਿਊਸ ਫਰੋਮ ਦਾ ਨੈਗੇਟਿਵ ਟਰਮੀਨਲ ਆਫ ਦਾ ਬੈਟਰੀ। ਹੁਣ ਕਰੈਕਟਰਿਸਟਿਕਸ ਆਫ ਕੈਥੋਡ ਰੇਜ਼, ਦੈਟ ਇਜ਼ ਪ੍ਰੋਪਰਟੀਜ਼। ਹੁਣ ਦੇਖੋ, ਮੰਨ ਲਓ ਆਪਣੇ ਕੋਲ ਆਪਰੇਟਸ ਹੈ, ਆਪਰੇਟਸ ਦੀ ਜਿਹੜੀਆਂ ਰੇਡੀਏਸ਼ਨਸ ਨੇ, ਅਗਰ ਉਹਦੇ ਵਿੱਚ ਆਪਾਂ ਕੋਈ ਵੀ ਫੋਇਲ ਰੱਖ ਦਈਏ ਐਲੂਮੀਨੀਅਮ ਦਾ ਜਾਂ ਕੋਈ ਵੀ ਫੋਇਲ ਰੱਖ ਰਹੇ ਹਾਂ, ਤਾਂ ਇਟ ਪ੍ਰੋਡਿਊਸਿਸ ਸ਼ੈਡੋ ਆਫ ਦਾ ਸੇਮ ਆਬਜੈਕਟ। ਜਿਹੜਾ ਵੀ ਆਬਜੈਕਟ ਆਪਾਂ ਇਹਨਾਂ ਦੇ ਪਲੇਸ ਕਰ ਰਹੇ ਹਾਂ, ਆਪਾਂ ਰੇਡੀਏਸ਼ਨ ਦੇ ਵਿੱਚ ਰੱਖ ਰਹੇ ਹਾਂ, ਤਾਂ ਉਹੀ ਜਿਹੜਾ ਆਪਾਂ ਆਬਜੈਕਟ ਰੱਖ ਰਹੇ ਹਾਂ ਉਹ ਸੇਮ ਕੀ ਪ੍ਰੋਡਿਊਸ ਕਰਦਾ ਸੀ ਆਪਣੇ ਕੋਲ, ਸ਼ੈਡੋ। ਸੋ ਵੀ ਕੈਨ ਸੇ ਦੈਟ ਕੈਥੋਡ ਰੇਜ਼ ਟਰੈਵਲਸ ਇਨ ਸਟ੍ਰੇਟ ਲਾਈਨ। ਸੈਕਿੰਡ ਪ੍ਰੋਪਰਟੀ ਹੈ ਦੈਟ ਇਜ਼ ਮਕੈਨੀਕਲ ਪ੍ਰੋਪਰਟੀ। ਹੁਣ ਦੇਖੋ, ਜਿਹੜੀਆਂ ਰੇਡੀਏਸ਼ਨਸ ਨੇ, ਅਗਰ ਉਹਦੇ ਵਿੱਚ ਆਪਾਂ ਕਿਸੇ ਵੀ ਲਾਈਟ ਮੈਟਲ ਦੇ ਪੀਸ ਦਾ ਇੱਕ ਰੋਟੇਟਿੰਗ ਪੈਨ ਬਣਾ ਕੇ ਰੱਖ ਦਈਏ, ਤਾਂ ਜਿਹੜਾ ਉਹ ਰੋਟੇਟਿੰਗ ਪੈਨ ਸੀ ਵਿੱਚ ਸਟਾਰਟ ਰੋਟੇਟਿੰਗ, ਠੀਕ ਹੈ, ਤਾਂ ਉਹ ਜਿਹੜਾ ਆਪਣੇ ਕੋਲ ਪੈਨ ਸੀਗਾ ਜਾਂ ਫੈਨ ਸੀ ਉਹ ਕੀ ਹੋਣ ਲੱਗਿਆ, ਰੋਟੇਟ ਹੋਣ ਲੱਗਿਆ। ਸੋ ਵੀ ਕੈਨ ਸੇ ਦੈਟ ਕੈਥੋਡ ਰੇਜ਼ ਕੰਟੇਨ ਸਰਟਨ ਪਾਰਟੀਕਲ। ਫੋਰ ਐਗਜ਼ਾਮਪਲ, ਜਿੱਦਾਂ ਹੁਣ ਆਪਣੇ ਕੋਲ ਉਹ ਪੱਖੀ ਹੁੰਦੀ ਸੀ ਪਹਿਲਾਂ, ਠੀਕ ਹੈ, ਉਹਨੂੰ ਜਦੋਂ ਬੱਚੇ ਲੈ ਕੇ ਭੱਜਦੇ ਸੀ ਤਾਂ ਉਹ ਰੋਟੇਟ ਕਰਨ ਲੱਗ ਜਾਂਦੀ ਸੀ। ਕਿਉਂ ਰੋਟੇਟ ਕਰਦੀ ਸੀ, ਬਿਕੋਜ਼ ਇਟ ਜਿਹੜੀ ਏਅਰ ਸੀ ਵਿੱਚ ਕੰਟੇਨ ਡਸਟ ਪਾਰਟੀਕਲ, ਉਹ ਡਸਟ ਪਾਰਟੀਕਲ ਪੱਖੀ ਦੇ ਜਿਹੜੇ ਉਹ ਹੁੰਦੇ ਨੇ, ਫੈਨ ਹੁੰਦੇ ਨੇ, ਉਹਨਾਂ ਦੇ ਜਾ ਕੇ ਹਿੱਟ ਕਰਦੇ ਨੇ, ਵਿਚ ਮੇਕਸ ਇਟ ਰੋਟੇਸ਼ਨ। ਉਸ ਤੋਂ ਬਾਅਦ ਥਰਡ ਪ੍ਰੋਪਰਟੀ ਹੈ ਇਲੈਕਟ੍ਰੀਕਲ ਪ੍ਰੋਪਰਟੀ। ਹੁਣ ਆਪਣੇ ਕੋਲ ਜਿਹੜੀਆਂ ਰੇਡੀਏਸ਼ਨਸ ਨੇ, ਅਗਰ ਉਹਨੂੰ ਆਪਾਂ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖ ਦਈਏ, ਪੋਜ਼ੀਟਿਵ ਐਂਡ ਨੈਗੇਟਿਵ ਟਰਮੀਨਲ ਦੇ ਵਿੱਚ ਰੱਖ ਦਈਏ, ਤਾਂ ਜਿਹੜੀਆਂ ਰੇਡੀਏਸ਼ਨ ਸਟੇਟ ਪਾਸ ਹੋ ਰਹੀਆਂ ਸੀ ਉਹ ਡਿਫਲੈਕਟ ਕਰ ਜਾਣਗੀਆਂ ਟੂਵਰਡਸ ਦਾ ਪੋਜ਼ੀਟਿਵ ਆਫ ਦਾ ਟਰਮੀਨਲ। ਹੁਣ ਪੋਜ਼ੀਟਿਵ ਵੱਲ ਅਟਰੈਕਟ ਕਰ ਰਹੀਆਂ ਨੇ, ਇਟ ਮੀਨਸ ਇਹਨਾਂ 'ਤੇ ਕਿਹੜਾ ਚਾਰਜ ਹੋਏਗਾ, ਨੈਗੇਟਿਵ, ਬਿਕੋਜ਼ ਓਪੋਜਿਟ ਚਾਰਜਿਸ ਅਟਰੈਕਟ ਈਚ ਅਦਰ। ਹੁਣ ਪੋਜ਼ੀਟਿਵ ਵੱਲ ਅਟਰੈਕਟ ਕਰ ਰਹੀਆਂ ਨੇ ਤਾਂ ਚਾਰਜ ਕਿਹੜਾ ਹੋਏਗਾ, ਨੈਗੇਟਿਵ। ਸੋ ਪ੍ਰੂਵ ਦੈਟ ਕੈਥੋਡ ਰੇਜ਼ ਹੈਵਿੰਗ ਨੈਗੇਟਿਵ ਚਾਰਜ। ਅਗਰ ਆਪਾਂ ਇਹਨਾਂ ਦੀ ਮੈਗਨੈਟਿਕ ਪ੍ਰੋਪਰਟੀ ਦੇਖੀਏ, ਮੈਗਨੈਟਿਕ ਪ੍ਰੋਪਰਟੀ ਮੀਨ ਜਿਹਨੂੰ ਆਪਾਂ ਮੈਗਨੇਟ ਦੇ ਵਿੱਚ ਰੱਖੀਏ, ਦੈਟ ਹੈਜ਼ ਨੌਰਥ ਪੋਲ ਐਂਡ ਸਾਊਥ ਪੋਲ। ਹੁਣ ਦੇਖੋ, ਰੇਡੀਏਸ਼ਨ ਕਿੱਧਰ ਮੂਵ ਕਰਨਗੀਆਂ, ਵਿਚ ਹੈਵ ਦਾ ਸੇਮ ਪ੍ਰੋਪਰਟੀਜ਼ ਐਜ਼ ਦਾ ਨੈਗੇਟਿਵ ਟਰਮੀਨਲ। ਨੌਰਥ ਦੀਆਂ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਮੈਗਨੇਟ ਦੀਆਂ, ਉਹ ਕਿਹਦੇ ਨਾਲ ਸਿਮਿਲਰ ਹੁੰਦੀਆਂ ਨੇ, ਨੈਗੇਟਿਵ ਦੇ ਨਾਲ, ਐਂਡ ਸਾਊਥ ਦੀਆਂ ਪੋਜ਼ੀਟਿਵ ਦੇ ਨਾਲ। ਤਾਂ ਜਿਹੜੀਆਂ ਰੇਜ਼ ਸੀਗੀਆਂ ਉਹ ਕਿੱਧਰ ਡਿਫਲੈਕਟ ਕਰਨੀਆਂ, ਟੂਵਰਡਸ ਦਾ north. That means these radiation deflect towards the north pole of the magnet. And last property, अगर आप रेडिएशन ਦੇ ਵਿੱਚ ਕੋਈ ਵੀ ਫੋਇਲ ਰੱਖ ਦਈਏ, ਐਲੂਮੀਨੀਅਮ ਫੋਇਲ, ਤਾਂ ਐਲੂਮੀਨੀਅਮ ਫੋਇਲ ਕੀ ਹੋ ਜਾਏਗਾ, ਹੀਟ ਅਪ ਹੋ ਜਾਏਗਾ। ਸੋ ਵੀ ਕੈਨ ਸੇ ਦੈਟ these radiations having heating property. So J.J. Thomson gave this radiation named negatron, but Stoney changed the name to electrons. ਹੁਣ ਉਸ ਤੋਂ ਬਾਅਦ ਨੈਕਸਟ that is charge and mass of electron. In 1897 J.J. Thomson ਉਹਨੇ ਕਿੱਦਾਂ ਕੈਲਕੂਲੇਟ ਕਰਿਆ ਸੀ, E/m ਰੇਸ਼ੋ। E/m ਰੇਸ਼ੋ ਕਿੰਨੀ ਕੌਨਸਟੈਂਟ ਵੈਲਿਊ ਹੈ, 1.758 into 10⁻11 ਕੂਲਮ ਪਰ kg। ਚਾਰਜ ਐਕਸਪੈਰੀਮੈਂਟਲ, ਦੈਟ ਇਜ਼ ਮਿਲਕਨਸ ਆਇਲ ਡ੍ਰੌਪ ਐਕਸਪੈਰੀਮੈਂਟ ਦੇ ਥਰੂ ਚਾਰਜ ਕਿੰਨਾ ਕੈਲਕੂਲੇਟ ਕਰਿਆ ਗਿਆ, 1.6 into 10⁻19 ਕੂਲਮ। ਹੁਣ ਮਾਸ ਕੀ ਹੁੰਦਾ, ਫਿਜ਼ਿਕਸ ਦੇ ਵਿੱਚ ਪੜ੍ਹਿਆ ਤੁਸੀਂ, E/em ਰੇਸ਼ੋ। E ਕਿੰਨਾ ਆਪਣੇ ਕੋਲ, ਚਾਰਜ ਕਿੰਨਾ, 1.6 into 10⁻19। em ਰੇਸ਼ੋ ਕਿੰਨੀ ਆਪਣੇ ਕੋਲ, 1.758 into 10⁻11। ਜਦੋਂ ਕੈਲਕੂਲੇਟ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਜਾਏਗਾ, ਮਾਸ ਆਫ ਇਲੈਕਟ੍ਰੋਨ, ਦੈਟ ਇਜ਼ 9.11 into 10⁻31 kg। ਇੱਕ ਚੀਜ਼ ਹੋਰ, the electron is universal constituent of any matter. ਕੋਈ ਵੀ ਜਿਹੜਾ ਮੈਟਰ ਹੈ ਆਪਣੇ ਕੋਲ, ਉਹਦੇ ਵਿੱਚ ਇਲੈਕਟ੍ਰੋਨ is the essential constituent of universal constituent. Next, so we can write the definition of electron, that electron is the subatomic particle having one unit negative charge and mass which is nearly equal to 1/1837 of that of hydrogen
एटम। नेक्स्ट टॉपिक है डिस्कवरी ऑफ प्रोटोन विच इज़ गिवन बाय गोल्डस्टीन। ਹੁਣ ਸਾਰੀਆਂ ਪ੍ਰੋਪਰਟੀਜ਼ ਇਹਦੇ ਵਿੱਚ ਸੇਮ ਹੋਣੀਆਂ, ਸਿਰਫ ਇੱਕ ਪ੍ਰੋਪਰਟੀ ਆਪਣੇ ਕੋਲ ਡਿਫਰੈਂਟ ਹੋਏਗੀ। ਦੇਖੋ ਸੇਮ ਹੈ ਆਪਣੇ ਕੋਲ ਡਿਸਚਾਰਜ ਟਿਊਬ, ਉਹਦੇ ਵਿੱਚ ਕੋਈ ਵੀ ਗੈਸ ਲਈ। ਹੁਣ ਇਹਦੇ ਵਿੱਚ ਜਿਹੜੀਆਂ ਰੇਡੀਏਸ਼ਨਸ ਸੀ ਉਹ ਕਿੱਧਰੋਂ ਪ੍ਰੋਡਿਊਸ ਹੋਣਗੀਆਂ, ਪੋਜ਼ੀਟਿਵ ਤੋਂ, ਐਂਡ ਮੂਵਸ ਟੂਵਰਡਸ ਦਾ ਕੈਥੋਡ ਦੈਟ ਇਜ਼ ਨੈਗੇਟਿਵ ਇਲੈਕਟ੍ਰੋਡ। ਹੁਣ ਇੱਥੇ ਜਿਹੜੀ ਕੈਥੋਡ ਯੂਜ ਕਰਦੇ ਹਾਂ ਵਿਚ ਇਜ਼ ਨੋਨ ਐਜ਼ ਪਰਫੋਰੇਟਡ ਕੈਥੋਡ। ਕਿਉਂ ਯੂਜ ਕਰਦੇ ਹਾਂ ਪਰਫੋਰੇਟਡ, ਕਿਉਂ ਨਾਮ ਦਿੱਤਾ, ਕਿਉਂਕਿ ਇਹਦੇ ਵਿੱਚ ਕੀ ਹੁੰਦੇ ਨੇ, ਹੋਲਸ ਹੁੰਦੇ ਨੇ ਛੋਟੇ ਛੋਟੇ, ਵਿਚ ਇਜ਼ ਨੋਨ ਐਜ਼ ਪਰਫੋਰੇਟਡ ਕੈਥੋਡ। ਹੁਣ ਦੇਖੋ ਰੇਡੀਏਸ਼ਨਸ ਮੂਵਸ ਫਰੋਮ ਪੋਜ਼ੀਟਿਵ, ਦੈਟ ਮੀਨਸ ਮੂਵਸ ਫਰੋਮ ਐਨੋਡ ਟੂ ਕੈਥੋਡ। ਸਾਰੀਆਂ ਪ੍ਰੋਪਰਟੀਜ਼ ਸਾਰਾ ਕੁਝ ਸੇਮ ਹੋਏਗਾ, ਬਸ ਇੱਕ ਪ੍ਰੋਪਰਟੀ ਇਲੈਕਟ੍ਰੀਕਲ ਪ੍ਰੋਪਰਟੀ ਕੀ ਹੋਏਗੀ ਆਪਣੇ ਕੋਲ, ਡਿਫਰੈਂਟ ਹੋਏਗੀ। ਐਨੋਡ ਰੇਜ਼ ਡਿਫਲੈਕਟ ਕਿੱਧਰ ਕਰਨਗੀਆਂ, ਨੈਗੇਟਿਵ ਟਰਮੀਨਲ। ਸੋ ਥੀਸ ਹੈਵ ਪੋਜ਼ੀਟਿਵ ਚਾਰਜ। ਕੈਥੋਡ ਰੇਜ਼ ਤੇ ਕਿਹੜਾ ਚਾਰਜ ਸੀ, ਨੈਗੇਟਿਵ। ਪ੍ਰੋਟੋਨ ਤੇ ਕਿਹੜਾ ਚਾਰਜ ਹੋਏਗਾ ਆਪਣੇ ਕੋਲ, ਪੋਜ਼ੀਟਿਵ। ਦੈਟ ਮੀਨਸ ਐਨੋਡ ਰੇਜ਼ ਤੇ ਕਿਹੜਾ ਚਾਰਜ ਹੈ, ਪੋਜ਼ੀਟਿਵ। ਹੁਣ ਇਹਦਾ ਅਗਰ ਆਪਾਂ ਮਾਸ ਕੱਢਣਾ ਤਾਂ ਚਾਰਜ ਐਂਡ ਮਾਸ ਆਫ ਪ੍ਰੋਟੋਨ ਦੇਖੋ, E/m ਆਫ ਪ੍ਰੋਟੋਨ ਕਿੰਨਾ ਹੁੰਦਾ, 9.58 × 10⁻⁷ ਕੂਲਮ ਪਰ kg। ਚਾਰਜ ਕਿੰਨਾ ਹੁੰਦਾ, 1.6 × 10⁻⁻19 ਕੂਲਮ। ਮਾਸ ਰੇਸ਼ੋ ਕੀ, ਮਾਸ ਕੀ ਹੁੰਦਾ, E/em ਰੇਸ਼ੋ। E ਦੀ ਵੈਲਿਊ ਗਿਵਨ ਹੈ, E/m ਦੀ ਵੈਲਿਊ ਗਿਵਨ ਹੈ। ਕੈਲਕੂਲੇਟ ਕਰਕੇ ਕਿੰਨਾ ਆ ਜਾਏਗਾ, 1.67 × 10⁻27 kg। So we can say that matter has charged particles, positive charge as well as negative charge. It is more explained by the term that is radioactivity. ਹੁਣ ਦੇਖੋ ਕੀ ਹੁੰਦਾ radioactivity, discovery of radioactivity which is given by Henry Becquerel is the scientist who gave the process of radioactivity. ਉਹਨੇ ਕਿੱਦਾਂ ਕਰਿਆ ਸੀ, ਦੇਖੋ ਇੱਕ ਕੋਈ ਵੀ ਫੋਇਲ ਲਿਆ, ਫੋਇਲ ਦੇ ਵਿੱਚ ਯੂਰੇਨੀਅਮ ਦੇ ਪੀਸਿਸ ਰੱਖਦੇ, ਠੀਕ ਹੈ, ਉਸ ਨੂੰ ਬੰਦ ਕਰਕੇ ਉਹਨੂੰ ਕਾਹਦੇ 'ਤੇ ਰੱਖਤਾ, ਫੋਟੋਗ੍ਰਾਫਿਕ ਪਲੇਟ ਦੇ ਵਿੱਚ ਉੱਪਰ ਰੱਖ ਕੇ ਇੱਕ ਜਗ੍ਹਾ 'ਤੇ ਰੱਖਤਾ। ਥੋੜ੍ਹੇ ਟਾਈਮ ਬਾਅਦ ਉਹਨੇ ਕੀ ਦੇਖਿਆ, ਜਿਹੜੇ ਆਪਣੇ ਕੋਲ ਯੂਰੇਨੀਅਮ ਦੇ ਪੀਸਿਸ ਸੀ ਉਹਨਾਂ ਦੇ ਜਿਹੜੇ ਸਪੋਰਟ ਸੀ ਉਹ ਕਾਹਦੇ 'ਤੇ ਆ ਗਏ ਆਪਣੇ ਕੋਲ, ਫੋਟੋਗ੍ਰਾਫਿਕ ਪਲੇਟਸ 'ਤੇ। ਤਾਂ ਉੱਥੋਂ ਉਹਨੇ ਕੀ ਅਬਜ਼ਰਵ ਕਰਿਆ ਕਿ ਜਿਹੜਾ ਯੂਰੇਨੀਅਮ ਹੈ ਵਿਚ ਰਿਲੀਜ਼ਿਸ ਦਾ radiations, so given the name radioactivity. The process of spontaneous emission of active radiations by certain elements is known as radioactivity. ਕਿਸੇ ਵੀ radioactive elements ਤੋਂ ਜਦੋਂ radiations produce ਹੁੰਦੀਆਂ ਨੇ ਉਹਨੂੰ ਕੀ ਕਹਿੰਦੇ ਆਪਾਂ, radioactivity। ਦੇਖੋ ਕੋਈ ਵੀ radioactive substance ਲਿਆ, ਉਹਨੂੰ ਕਿਸੇ ਵੀ ਸਲਿਟ ਦੇ ਵਿੱਚੋਂ ਪਾਸ ਕੀਤਾ ਐਂਡ ਅਬਜ਼ਰਵਡ ਦੈਟ ਦੇਅਰ ਵਿਲ ਬੀ 3 types of ਰੇਡੀਏਸ਼ਨਸ। ਫਸਟ ਰੇਡੀਏਸ਼ਨ ਦੇਖੋ ਇੱਥੇ ਆਪਾਂ ਇਲੈਕਟ੍ਰਿਕ ਫੀਲਡ ਲਿਆ ਆਪਣੇ ਕੋਲ, ਪੋਜ਼ੀਟਿਵ ਐਂਡ ਨੈਗੇਟਿਵ ਟਰਮੀਨਲ। ਸਮ ਰੇਡੀਏਸ਼ਨਸ ਵਿਚ ਮੂਵਸ ਔਰ ਅਟਰੈਕਟ ਟੂਵਰਡਸ ਦਾ ਨੈਗੇਟਿਵ ਟਰਮੀਨਲ ਆਫ ਦਾ ਬੈਟਰੀ। ਹੁਣ ਨੈਗੇਟਿਵ ਟਰਮੀਨਲ ਵੱਲ ਜਾ ਰਿਹਾ ਤਾਂ ਇਹਨਾਂ 'ਤੇ ਕਿਹੜਾ ਚਾਰਜ ਹੋਏਗਾ, ਪੋਜ਼ੀਟਿਵ ਚਾਰਜ। ਜਦੋਂ ਪੋਜ਼ੀਟਿਵ ਚਾਰਜ ਸੀ ਤਾਂ ਉਹਨੂੰ ਕੀ ਨਾਮ ਦਿੱਤਾ ਗਿਆ, ਅਲਫਾ ਰੇਜ਼। ਕੁਛ ਰੇਡੀਏਸ਼ਨ ਸੀ ਜਿਹੜੀਆਂ ਕਾਹਦੇ ਵੱਲ ਡਿਫਲੈਕਟ ਹੋ ਰਹੀਆਂ ਸੀ, ਪੋਜ਼ੀਟਿਵ ਵੱਲ। ਹੁਣ ਇਹ ਪੋਜ਼ੀਟਿਵ ਵੱਲ ਡਿਫਲੈਕਟ ਹੋ ਰਹੀਆਂ ਨੇ ਤਾਂ ਇਹਨਾਂ 'ਤੇ ਚਾਰਜ ਕਿਹੜਾ ਹੋਏਗਾ, ਨੈਗੇਟਿਵ। ਉਹਨਾਂ ਨੂੰ ਕੀ ਨਾਮ ਦਿੱਤਾ ਗਿਆ, ਬੀਟਾ ਰੇਜ਼, ਠੀਕ ਹੈ। ਕੁਛ ਰੇਡੀਏਸ਼ਨ ਸੀ ਵਿਚ ਡੂ ਨਾਟ ਅਟਰੈਕਟ ਬਾਈ ਪੋਜ਼ੀਟਿਵ ਔਰ ਨੈਗੇਟਿਵ, ਉਹ ਕੀ ਹੋ ਗਈਆਂ, ਸਿੱਧਾ ਪਾਸ ਕਰ ਗਈਆਂ। ਸੋ ਵੀ ਕੈਨ ਸੇ ਦੈਟ ਦੀਜ਼ ਰੇਡੀਏਸ਼ਨਸ ਹੈਵਿੰਗ ਨੋ ਚਾਰਜ, ਉਹਨਾਂ ਨੂੰ ਕਿਹੜਾ ਨਾਮ ਦਿੱਤਾ ਗਿਆ, ਗਾਮਾ ਰੇਜ਼। ਸੋ 3 types of radiations are obtained from the process of radioactivity, ਅਲਫਾ, ਬੀਟਾ ਐਂਡ ਗਾਮਾ। ਜਿਹੜੀਆਂ ਅਲਫਾ ਰੇਡੀਏਸ਼ਨ ਸੀ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਹੁਣ ਨਿਊਕਲੀਆਈ ਆਫ ਹੀਲੀਅਮ 2 ਪੋਜ਼ੀਟਿਵ। 2 ਪੋਜ਼ੀਟਿਵ ਕਿਉਂ, ਕਿਉਂਕਿ ਇਹ 2 ਇਲੈਕਟ੍ਰੋਨ ਹੁੰਦੇ ਨੇ, 2 ਇਲੈਕਟ੍ਰੋਨ ਲੂਜ਼ ਕਰ ਦਿੰਦੀਆਂ ਨੇ, ਚਾਰਜ ਕਿਹੜਾ ਆ ਜਾਂਦਾ ਆਪਣੇ ਕੋਲ, ਪੋਜ਼ੀਟਿਵ। ਐਂਡ ਇਹਨਾਂ ਦਾ ਮਾਸ ਕਿੰਨਾ ਹੁੰਦਾ, 4 AMU ਮਾਸ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਨੈਗੇਟਿਵ ਚਾਰਜ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ, ਸਟਰੀਮ ਆਫ ਇਲੈਕਟ੍ਰੋਨਸ। ਕਲੀਅਰ ਹੈ।